अपमाद वग्गो अप्रमाद वर्ग। धम भाग का यह दूसरा वर्ग अपरमाद के गुण ਅਤੇ ਦੋਸ਼ਾਂ ਨੂੰ ਦੱਸਦਾ ਹੈ। ਇਸ ਵਿੱਚ ਤਥਾਗਤ ਬੁੱਧ ਦੀਆਂ 12 ਕਥਾਵਾਂ ਦਰਜ ਹਨ। ਅਪਰਮਾਦ ਦਾ ਅਰਥ ਸਾਵਧਾਨੀ, ਉਦਮਸ਼ੀਲਤਾ, ਉਤਸ਼ਾਹ ਆਦਿ ਕਈ ਸੰਕਲਪਨਾਵਾਂ ਦੇ ਲਈ ਜਾਣਿਆ ਜਾਂਦਾ ਹੈ। ਜੇਕਰ ਅਸੀਂ ਸੰਸਕ੍ਰਿਤ ਦੇ ਸ਼ਬਦ ਪ੍ਰਮਾਦ ਆਲਸ ਤੋਂ ਇਸਦਾ ਅਰਥ ਕੱਢੀਏ ਤਾਂ ਪ੍ਰਮਾਦ ਦਾ ਅਰਥ ਨਿਰਾ ਆਲਸ ਹੋ ਸਕਦਾ ਹੈ, ਪਰੰਤੂ ਬੋਧ ਧਮ ਦਰਸ਼ਨ ਵਿੱਚ ਇਹ ਸ਼ਬਦ ਇਸ ਅਰਥ ਨਾਲ ਨਹੀਂ ਹੁੰਦਾ। ਬੋਧ ਧਮ ਅਤੇ ਦਰਸ਼ਨ ਵਿੱਚ ਅਪਰਮਾਦ ਨੂੰ ਅਧਿਆਤਮ ਤਤਵ ਭਾਵ ਕਿ ਅੰਤਰਮੁਖੀ ਹੋਣ ਲਈ ਪਹਿਲਾ ਦਵਾਰ ਮੰਨਿਆ ਜਾਂਦਾ ਹੈ। ਸਾਰੇ ਹੀ ਕੁਸ਼ਲ ਧਰਮਾਂ ਦੇ ਮੂਲ ਲਈ ਅਪਰਮਾਦ ਨੂੰ ਹੀ ਮੰਨਿਆ ਜਾਂਦਾ ਹੈ। ਬੋਧ ਧਮ ਅਤੇ ਦਰਸ਼ਨ ਵਿੱਚ ਅਪਰਮਾਦ ਮਨੁੱਖ ਨੂੰ ਅੰਮ੍ਰਿਤ ਪਦ ਪਾਉਣ ਵਾਲਾ ਮੰਨਿਆ ਜਾਂਦਾ ਹੈ, ਕਿਉਂਕਿ ਉਹ ਸੱਚਾਈ ਨੂੰ ਜਾਣਨ ਵਾਲਾ ਹੁੰਦਾ ਹੈ। ਜਥਾਭੂਤ ਨੂੰ ਜਥਾਭੂਤ ਭਾਵ ਜਿਸ ਤਰ੍ਹਾਂ ਦਾ ਹੈ ਉਸ ਤਰ੍ਹਾਂ ਹੀ ਉਸ ਦੇ ਗੁਣ ਸੁਭਾਅ ਅਨੁਸਾਰ ਦੇਖਣਾ। ਸੱਚ ਦੀ ਕਦੇ ਮੌਤ ਨਹੀਂ ਹੋ ਸਕਦੀ, ਇਸ ਲਈ ਸੱਚ ਨੂੰ ਜਾਣਨ ਵਾਲਾ ਨਿਰਵਾਣਗਾਮੀ ਹੋ ਜਾਂਦਾ ਹੈ। ਇਸ ਤਰ੍ਹਾਂ ਦੇ ਆਚਰਣ ਨੂੰ ਪਾਉਣ ਲਈ ਕਾਇਆ ਦਾ ਆਚਰਣ, ਬਾਣੀ ਦੀ ਸ਼ੁੱਧਤਾ ਅਤੇ ਪ੍ਰਗਿਆ ਭਾਵ ਪ੍ਰਤੱਖ ਗਿਆਨ ਦੀ ਭੂਮਿਕਾ ਜ਼ਿਆਦਾ ਹੁੰਦੀ ਹੈ। ਕਿਸੇ ਵਿਸ਼ੇਸ਼ ਜਾਤੀ ਵਿੱਚ ਜਨਮ ਲੈਣਾ ਨਿਰਵਾਣ ਪਾਉਣ ਦੇ ਲਈ ਜ਼ਰੂਰੀ ਨਹੀਂ ਹੈ। ਬੋਧ ਧਮ ਵਿੱਚ ਜੋ ਮਿਹਨਤੀ ਹਨ, ਕੰਮ ਕਰਨ ਵਿੱਚ ਆਲਸ ਨਹੀਂ ਕਰਦੇ, ਜਿਨ੍ਹਾਂ ਨੂੰ ਨਿਰਵਾਣ ਮਾਰਗ ਦਾ ਪਤਾ ਹੈ ਅਤੇ ਉਹ ਉਸ ਰਸਤੇ ਤੇ ਉਤਸ਼ਾਹ ਨਾਲ ਚੱਲਦੇ ਹਨ, ਉਹਨਾਂ ਨੂੰ ਕਿਸੇ ਵੀ ਪ੍ਰਕਾਰ ਦਾ ਕੋਈ ਸੰਦੇਹ ਨਹੀਂ ਹੁੰਦਾ। ਇਸ ਤਰ੍ਹਾਂ ਦਾ ਸਮਾਧੀ ਦੁਆਰਾ ਸਾਧਨਾ ਕਰਨ ਵਾਲਾ ਮਨੁੱਖ ਆਪਣੇ ਵਿਕਾਰਾਂ ਨੂੰ ਜੜੋਂ ਪੁੱਟ ਸੁੱਟਦਾ ਹੈ। ਇਸ ਲਈ ਅਪਰਮਾਦ ਨੂੰ ਅੰਮ੍ਰਿਤ ਪਦ ਅਤੇ ਇਸ ਤਰ੍ਹਾਂ ਦੇ ਗੁਣ ਧਾਰਨ ਕਰਨ ਵਾਲੇ ਮਨੁੱਖ ਨੂੰ ਅੰਮ੍ਰਿਤ ਮੌਤ ਤੋਂ ਨਾ ਡਰਨ ਵਾਲਾ ਕਿਹਾ ਜਾਂਦਾ ਹੈ। ਇਸ ਦੇ ਉਲਟ ਪ੍ਰਮਾਦ ਨੂੰ ਮੌਤ ਅਤੇ ਇਸ ਵਿੱਚ ਫਸੇ ਮਨੁੱਖ ਨੂੰ ਮੌਤ ਤੋਂ ਡਰਨ ਵਾਲਾ ਸਮਝਿਆ ਜਾਂਦਾ ਹੈ, ਜੋ ਕਿ ਮੌਤ ਅਟਲ ਸੱਚਾਈ ਤੋਂ ਡਰਦਾ ਹੈ, ਭਾਵ ਕਿ ਸੱਚ ਤੋਂ ਡਰਦਾ ਹੈ। ਕੋਈ ਵੀ ਮਨੁੱਖ ਅਪਰਮਾਦੀ ਕਦੋਂ ਹੋ ਸਕਦਾ ਹੈ? ਜਦੋਂ ਕੋਈ ਮਨੁੱਖ ਅਪਰਮਾਦ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣਦਾ ਹੈ, ਅਤੇ ਜਦੋਂ ਹੀ ਕੋਈ ਮਨੁੱਖ ਅਪਰਮਾਦ ਦੀਆਂ ਵਿਸ਼ੇਸ਼ਤਾਵਾਂ ਨੂੰ ਜਾਣ ਲੈਂਦਾ ਹੈ, ਉਹ ਆਨੰਦਿਤ ਹੋ ਗਿਆਨ ਪ੍ਰਾਪਤੀ ਲਈ ਲੱਗ ਜਾਂਦਾ ਹੈ, ਦ੍ਰਿੜ ਮਿਹਨਤ ਕਰਨ ਲੱਗ ਪੈਂਦਾ ਹੈ ਅਤੇ ਨਿਰਵਾਣਗਾਮੀ ਹੋ ਜਾਂਦਾ ਹੈ। ਉਸਦੇ ਅਪਰਮਾਦ ਗੁਣ ਦੇ ਕਾਰਨ ਉਸ ਵਿੱਚ ਉਤਸ਼ਾਹ ਵੱਧ ਜਾਂਦਾ ਹੈ, ਉਹ ਸਮ੍ਰਿਤੀਵਾਨ ਅਤੇ ਵਿਵੇਕਸ਼ੀਲ ਹੋ ਜਾਂਦਾ ਹੈ। ਉਸ ਵਿੱਚ ਸੰਯਮ ਅਤੇ ਧੰਮ ਦੇ ਬੀਜ ਤਿਆਰ ਹੋਣ ਲੱਗ ਪੈਂਦੇ ਹਨ ਅਤੇ ਫਿਰ ਉਹ ਲੋਕ ਭਲਾਈ ਦੇ ਕੰਮਾਂ ਵਿੱਚ ਹੀ ਜੀਵਨ ਨੂੰ ਬਤੀਤ ਕਰਦਾ ਹੈ ਅਤੇ ਉਸਦਾ ਮਾਣ ਸੰਸਾਰ ਵਿੱਚ ਹੋਣ ਲੱਗ ਪੈਂਦਾ ਹੈ। ਜਿਸ ਤਰ੍ਹਾਂ ਸਮੁੰਦਰ ਦੇ ਚਾਰੋਂ ਤਰਫ ਪਾਣੀ ਹੀ ਪਾਣੀ ਹੁੰਦਾ ਹੈ, ਪਰ ਜਿਹੜਾ ਧਰਤੀ ਦਾ ਹਿੱਸਾ ਪਾਣੀ ਤੋਂ ਉੱਪਰ ਉੱਠ ਜਾਂਦਾ ਹੈ ਉਹ ਦੀਪ ਬਣ ਜਾਂਦਾ ਹੈ, ਜੋ ਕਿ ਦੂਰੋਂ ਹੀ ਦਿਖਾਈ ਦਿੰਦਾ ਹੈ। ਇਸ ਤਰ੍ਹਾਂ ਹੀ ਅਪਰਮਾਦ, ਸੰਯਮ ਅਤੇ ਦਮਨ ਦੇ ਗੁਣਾਂ ਨੂੰ ਆਪਣੇ ਵਿੱਚ ਪੈਦਾ ਕਰਕੇ ਉਹ ਮਨੁੱਖ ਆਪਣੇ ਆਪ ਨੂੰ ਇੱਕ ਸਧਾਰਨ ਮਨੁੱਖ ਤੋਂ ਉੱਚਾ ਚੁੱਕ ਲੈਂਦਾ ਹੈ। ਉਹ ਦੀਪ ਵਾਂਗ ਬਣ ਜਾਂਦਾ ਹੈ, ਜੋ ਕਿ ਦੂਰ ਦੁਰਾਡੇ ਤੋਂ ਵੀ ਦੇਖਿਆ ਜਾਂਦਾ ਹੈ। ਉਸ ਦੀ ਇੱਜ਼ਤ ਕੀਤੀ ਜਾਂਦੀ ਹੈ। ਉਹ ਲੋਕਾਂ ਨੂੰ ਗਲਤ ਰਸਤੇ ਚੱਲਣ ਤੇ ਉਹਨਾਂ ਨੂੰ ਸਹੀ ਰਸਤਾ ਦਿਖਾਉਣ ਵਿੱਚ ਸਹਾਇਕ ਸਿੱਧ ਹੁੰਦਾ ਹੈ। ਉਸ ਦੀਪ ਵਾਂਗ ਖੜੇ ਮਨੁੱਖ ਨੂੰ ਸਮੁੰਦਰ ਦੀਆਂ ਤਾਕਤਵਰ ਲਹਿਰਾਂ ਇੱਧਰ ਉੱਧਰ ਨਹੀਂ ਧੱਕ ਸਕਦੀਆਂ। ਇਸੇ ਤਰ੍ਹਾਂ ਹੀ ਉਸ ਅਪਰਮਾਦੀ ਮਨੁੱਖ ਨੂੰ ਇਸ ਸੰਸਾਰ ਦੀ ਕੋਈ ਵੀ ਹਨੇਰੀ ਦੁੱਖ ਨਹੀਂ ਦੇ ਸਕਦੀ। ਉਹ ਹਰ ਇੱਕ ਚੁਣੌਤੀ ਨੂੰ ਸਵੀਕਾਰ ਕਰ ਲੈਂਦਾ ਹੈ। ਅਪਰਮਾਦੀ ਮਨੁੱਖ ਦੀ ਤੁਲਨਾ ਅਨਮੋਲ ਰਤਨ ਨਾਲ ਕੀਤੀ ਜਾ ਸਕਦੀ ਹੈ। ਧੰਮਪਦ ਦੇ ਇਹਨਾਂ ਸੂਤਰਾਂ ਤੋਂ ਸਮਝਦੇ ਹਾਂ ਕਿ ਕਿਸ ਤਰ੍ਹਾਂ ਇੱਕ ਮਨੁੱਖ ਅਪਰਮਾਦੀ ਹੋ ਸਕਦਾ ਹੈ, ਕਿਸ ਤਰ੍ਹਾਂ ਇੱਕ ਮਨੁੱਖ ਧਰਮ ਨੂੰ ਧਾਰਨ ਕਰ ਲੈਂਦਾ ਹੈ, ਕਿਸ ਤਰ੍ਹਾਂ ਮਨੁੱਖ ਆਪਣੇ ਦੁੱਖ ਬੰਧਨ ਤੋਂ ਮੁਕਤੀ ਪ੍ਰਾਪਤ ਕਰ ਲੈਂਦਾ ਹੈ। ਸੋ ਆਓ ਭਗਵਾਨ ਬੁੱਧ ਦੇ ਅਪਰਮਾਦ ਵਰਗ ਦੇ ਉਹਨਾਂ ਸੂਤਰਾਂ ਨੂੰ ਸਮਝਦੇ ਹਾਂ, ਜੋ ਮਨੁੱਖ ਦੇ ਕਲਿਆਣ ਲਈ ਬਹੁਤ ਹੀ ਸਹਾਇਕ ਸਿੱਧ ਹੋ ਸਕਦੇ ਹਨ ਅਤੇ ਬਹੁਤ ਸਹਾਇਕ ਸਿੱਧ ਹੋਏ ਹਨ। ਨਮੋ ਬੁੱਧਾਏ। ਸਾਧੂ ਸਾਧੂ ਸਾਧੂ। अपमादो अमत पदं
अमादो मच्चुनो पदम अपमता नामीयनति जेपमत्ता यथा मता। अर्थ, आलस ना करना अमृत पदवी निर्वाण के समान है अते आलस करना मौत के समान। जो मनुख आलस नहीं करते वो सत्य नूं जान के अमर हो जाते हैं, पर जो आलसी प्रमादी हुंदे हैं वो जिंदे भी मरे के समान हैं। उन्होंने खुशी कदे नसीब नहीं हुंदी, उन्होंने मौत का डर जिंदगी भर सताउंदा रहिंदा है। बोलो साध साध साध। इदं विशेषतो नत्वा अपमाद नहीं पंडिता अपमादो प्रमोदमति आर्यानं गोचरे रता। अर्थ, विद्वान लोग अपरमाद के विषय विच चंगी तरह जान के बुद्ध द्वारा दिखाए गए मार्ग से चल के अपरमाद विच पक जाते हैं, जिस में 4 सती पठान, 4 संप्रधान, 4 इंद्रियपाद, 5 इंद्रियां, 5 बल, 7 संबोधि अंग अते 8 आर्याष्टांगिक मार्ग जो कि निर्वाण के लिए जरूरी होंगे हैं। बोलो साधु साधु साधु। ते जान्यो सात्विका निचंदवा परकम्मा फुसंती धीरा निब्बाणं जो खेमं अनुत्तरम। अर्थ, हर रोज सत का ध्यान करने वाले मनुख दृढ़ पराक्रमी वीर पुरुष धम दे राही आचरण करते हुए परम पद निर्वाण नूं पा ही लेंदे हैं। बोलो साधु साधु साधु। उत्थानवतो सतीमतो शुचिकम्मस्य निशंकारिणो संतस्य च धम्मजीवनो अवमत्तस्य यशोभिढन्नति। अर्थ, जो मनुख जागरूक सोच समझ के शुद्ध कर्म करने वाला अते इंद्रियों के काबू पा के धम अनुसार जीविका चलाने वाला अपरमादी है, उसका ही संसार विच कर्म करने दे नाल यश बढ़ता है। बोले साधु साधु साधु। उत्थानेन प्रमादेन संवन्नेन दमेन च दीपं कैराथ में रावी यं ओगो नाभिकीरति। अर्थ, जो मनुख अपरमाद दे नाल संयम दे नाल अते इंद्रियां नूं कंट्रोल करके अपना दीपक बने, उही मनुख की सम्यक अंतरदृष्टि हुंदी है। उस मनुख नूं कोई भी मुसीबत दुख नहीं पहुंचा सकती। बोलो साधु साधु साधु। प्रमादमन युण जनति बाला धुमे धिनो जना अपमादन च मेधावी धनम सेठन व रखति। अर्थ, मूर्ख जो कि सही मूल की पहचान ना करने वाला होवे उसनूं मूर्ख कहंदे आ, अते अज्ञानी जो कुदरत के कानून दे उल्ट काम करने वाला होवे उसनूं अज्ञानी कहंदे आ। सो मूर्ख अते अज्ञानी लोग परमाद मतलब वकारां दे विच दिलचस्पी रखने वाला इंसान। मूर्ख अते अज्ञानी लोग परमाद विच पैंदे हन। बुद्धिमान मनुख श्रेष्ठ धन की तरह अपरमाद की रक्षा करता है। बोलो साधु साधु साधु। मां प्रमाद मन युंजेथ मां कामरति संथवम अपमतो हियायंतो पपोति विपुलं सुखम। अर्थ, प्रमाद विच कदी ना फसो, काम वासनावां विच कदी ना गवाचे रहो, क्योंकि प्रमाद रहित मनुख ही ध्यान करते समय महान सुख नूं प्राप्त होंदा है। बोलो साधु साधु साधु। प्रमादं
अपमादेन यदा नुदति पंडितो पन्ना बासाद मारूपह अशोको शोकनिं भजन पबच्छतो बाभूमट तठे धीरो भालो अवेखति। अर्थ जागरूक मनुख हिम्मत नाल प्रमाद नूं अपरमाद नाल पूरी तरह हटा दिंदा है। किसी भी प्रकार की लापरवाही की उसकी जिंदगी विच जगह नहीं रह जाती। वो धीरजवान अते पूरी तरह नाल सोग मुक्त होकर सोग विच डुबी मनुखता नूं इस तरह देखता है जिस तरह पर्वत ते चढ़ के कोई नीचे रहिंदे वसनीकां नूं देखदा होवे। बोलो साधु साधु साधु। अपमतो पमतेसु सुतेसु बहु जागरो अवलसनवासी गस्सो हितवा जाति सुमे दसो। अर्थ आलसियां अते राग द्वेष अते मोह विकारां विच फसे हुए मनुखां विच जागरूक मनुख उस प्रकार उन्हां चों वखरा हो जाता है जिस प्रकार एक तेज रफ्तार सेहतमंद घोड़ा कमजोर घोड़े तो दौड़ दे विच बहुत अगे निकल जाता है। और साधु साधु साधु। अपमादेन भगवा देवानंद सेठतं भूतो अपमादं प्रसन्नति प्रमादो गर्हितो सदा। अर्थ आलस रहित अपरमादी होने ते कोई देवतियां विच मुखी बन सकता है क्योंकि सारे ही अपरमादी मनुख की प्रशंसा करते हैं अते प्रमाद वाले मनुख की सदा ही निंदा होंदी रहती है। इत्थे देवतियां तो अर्थ है जो इंसान दूजियां का भला करता होवे। बोलो साधु साधु साधु। अपमादरतो भिक्षु पमादे वह दस्सीवा सुनो जनन अणुथूलं लहन अग्गीवा गच्छति। अर्थ जिहड़ा मनुख भिक्षु लापरवाही आलस तो भै खांदा है अते सदा उस तो दूरी बनाई रखता है वह मनुख हरेक छोटी अते वड्डी मुसीबत नूं खत्म कर दिंदा है जिस तरह अग छोटे ते वड्डे फंदे नूं साड़ के सुआह बना दिंदी है खत्म कर दिंदी है। बोलो साधु साधु साधु। अपमादहतो भिक्षु पमादे वै दस्सीवा अभव परिहानाय निब्बाण सेवा संतिके। अर्थ जिहड़ा मनुख भिक्षु आलस अते लापरवाही अपरमाद तो बचिया रहिंदा है अते आलस लापरवाही तो डरदा होया जीवन व्यतीत करता है उसका खात्मा होना संभव नहीं क्योंकि वह निर्वाण दे बिल्कुल नेड़े हुंदा है अमर पद दे बिल्कुल नेड़े हुंदा है। बोलो साधु साधु साधु।